ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ ਸਾਥ ਹੁੰਦਾ ਹੈ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰੁਕ ਕਰੀਏ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਚੱਲਦੇ ਹਾਂ। ਕੱਲ ਵੀ ਜਦੋਂ ਅਸੀਂ ਖਬਰਾਂ ਤੇ ਚਾਨਣਾ ਪਾਉਣਾ ਸ਼ੁਰੂ ਕੀਤਾ ਸੀ ਤਾਂ ਅਸੀਂ ਲੰਬਾ ਸਮਾਂ ਲਾਇਆ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਏ ਸਾਰੇ ਜਿਹੜੇ ਸਿੱਖ MLA ਸੀ ਉਹਨਾਂ ਦੇ ਬਾਰੇ ਦੇ ਵਿੱਚ। ਤੇ ਇਹ ਅੱਜ ਉਸ ਦਾ ਹੀ ਅਸਰ ਮੰਨੀਏ ਕਿ ਕਾਨੂੰਨ ਨੂੰ ਲੈ ਕੇ ਅੱਜ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ। ਕੀ ਇਹ ਐਲਾਨ ਤੇ ਇਸ ਦਾ ਜਿਹੜਾ ਸਮਾਂ ਕੀ ਇਸ ਨੂੰ ਜੋੜਿਆ ਜਾ ਸਕਦਾ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਾਲੀ ਕਾਰਵਾਈ ਦੇ ਨਾਲ? ਦੇਖੋ ਗੁਰਪ੍ਰੀਤ, ਆਪਾਂ ਹਮੇਸ਼ਾ ਇਹੀ ਗੱਲ ਕੀਤੀ ਹੈ ਕਿ ਦਰਅਸਲ ਤੁਸੀਂ ਅਕਾਲ ਤਖ਼ਤ ਸਾਹਿਬ ਨੂੰ ਜਿਸ ਤਰ੍ਹਾਂ ਲੈ ਕੇ ਚੱਲ ਰਹੇ ਸੀਗੇ, ਮਸਲਾ ਉਹ ਤੋਂ ਕਿਤੇ ਅੱਗੇ ਹੈ। ਚਾਹੇ ਤੇ ਅਮੈਂਡਮੈਂਟ ਦਾ ਮਸਲਾ ਹੈ, ਚਾਹੇ ਵੀਡੀਓ ਦਾ ਮਾਮਲਾ ਹੈ, ਕਥਿਤ ਵੀਡੀਓ ਦਾ ਕਹਿ ਲਈਏ, ਕਿ ਜਿਵੇਂ ਤੁਸੀਂ ਲੈ ਰਹੇ ਸੀਗੇ ਦਰਅਸਲ ਉਹ ਵੀ ਮੈਂ ਮੰਨਦਾ ਕਿ ਤੁਹਾਡੀ ਕਿਤੇ ਨਾ ਕਿਤੇ ਬਈ ਪਰਪੱਕਤਾ ਤੇ ਸਵਾਲ ਹੁੰਦਾ ਹੈ। ਤੁਹਾਨੂੰ ਯਾਦ ਹੋਣਾ ਹੈ ਅਕਾਲ ਤਖ਼ਤ ਸਾਹਿਬ ਤੇ ਉਸ ਵੇਲੇ ਜਥੇਦਾਰ ਸਨ ਗਿਆਨੀ ਗੁਰਬਚਨ ਸਿੰਘ। ਗਿਆਨੀ ਗੁਰਬਚਨ ਸਿੰਘ ਆਪਦੇ ਫੈਸਲਿਆਂ ਕਰਕੇ ਬਹੁਤ ਨੁਕਤਾਚੀਨੀ ਚੋਂ ਗੁਜ਼ਰੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਇੱਕ ਵੇਲਾ ਐਸਾ ਆਇਆ ਸੀਗਾ ਕਿ ਡੇਰਾ ਸਿਰਸਾ ਤੋਂ ਸਪੋਰਟ ਮੰਗਣ ਵਾਲੇ ਸਾਰੇ ਵਿਧਾਇਕ ਸਾਰੇ ਪਾਰਟੀਆਂ ਦੇ ਉਹਨਾਂ ਨੇ ਤਲਬ ਕਰਨਾ ਸਨ, ਤੁਹਾਨੂੰ ਯਾਦ ਹੋਏਗਾ ਸ਼ਾਇਦ। ਤਾਂ ਜਦੋਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਮਿਸਾਲਾਂ ਹੋਣ ਜਿੱਥੇ ਸੁਰਜੀਤ ਸਿੰਘ ਬਰਨਾਲਾ ਵਰਗੇ ਨੂੰ ਥੰਮਲੇ ਨਾਲ ਬੰਨਿਆ ਗਿਆ, ਗਿਆਨੀ ਜੈਲ ਸਿੰਘ ਵਰਗੇ ਨੂੰ ਪੇਸ਼ ਹੋਣਾ ਪਿਆ, ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਤੁਹਾਡੇ ਸਾਹਮਣੇ ਆ, ਤੁਸੀਂ ਫਿਰ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰੋ, ਠੀਕ ਨਹੀਂ। ਮੈਂ ਤੁਹਾਨੂੰ ਡੇ 1 ਤੋਂ ਕਹਿੰਦਾ ਸੀ, ਮੈਂ ਕੀ ਕਹਿੰਦਾ ਸੀਗਾ, ਮੈਂ ਤੁਹਾਨੂੰ ਇੱਕੋ ਹੀ ਗੱਲ ਕਰਦਾ ਸੀਗਾ ਕਿ ਦਰਅਸਲ ਜਦੋਂ ਇਹ ਮਸਲਾ ਗਾਂ ਸੈਂਟੀਮੈਂਟ ਨਾਲ ਜੁੜਦਾ ਹੈ ਤਾਂ ਇਹ ਬਣ ਜਾਂਦਾ ਹੈ ਗੁਰੂ ਬਨਾਮ ਅਦਰ। ਤਾਂ ਜਦੋਂ ਗੁਰੂ ਦਾ ਮਸਲਾ ਆਏਗਾ, ਪੰਥ, ਸੰਗਤ, ਸਿੱਖ ਦੂਜੀ ਕੋਈ ਚੀਜ਼ ਬਰਦਾਸ਼ਤ ਨਹੀਂ ਕਰਦਾ। ਮਾਨ ਸਾਹਿਬ ਸਮਝ ਚੁੱਕੇ ਆ ਬੇਸਿਕਲੀ ਕੀ ਆ ਕਿ ਕੁਝ ਵਿਧਾਇਕਾਂ ਨੇ ਤੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਜਾਵਾਂਗੇ। ਮਾਨ ਸਾਹਿਬ ਸਮਝ ਚੁੱਕੇ ਆ ਕਿ ਬਈ ਬਹੁਤ ਮੁਸ਼ਕਲ ਹੋ ਜਾਏਗਾ ਸਾਡੇ ਵਾਸਤੇ, ਬਹੁਤ ਮੁਸ਼ਕਲ ਹੋ ਜਾਏਗਾ। ਤਾਂ ਅੱਜ ਜੋ ਬੋਲੇ ਆ ਪਹਿਲਾਂ ਮੈਂ ਕੋਟ ਕਰ ਦੇਵਾਂ, ਫਿਰ ਆਪਾਂ ਕੋਈ ਸਵਾਲ ਹੋਇਆ ਤੁਹਾਡਾ ਉਹ ਵੀ ਲੈ ਲਾਂਗੇ, ਜਾਂ ਮੇਰਾ ਜਿਹੜਾ ਓਪੀਨੀਅਨ ਆ ਫਿਰ ਮੈਂ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗਾ। ਤਾਂ ਇਹਨਾਂ ਨੇ ਕਿਹਾ ਕਿ ਦੇਖੋ ਅਕਾਲ ਤਖ਼ਤ ਸਰਵਉੱਚ ਹੈ, 1 ਮਹੀਨੇ ਦਾ ਟਾਈਮ ਆ, ਜੋ ਵੀ ਸਜ਼ਾ ਤੇ ਤਰਮੀਮਾਂ ਸਾਨੂੰ ਦੇਣਗੇ ਉਸ ਤੇ ਕੈਬਨਿਟ ਦੇ ਵਿੱਚ ਵਿਚਾਰ ਕਰਾਂਗੇ। ਮਤਲਬ ਕਿ ਵਿਚਾਰ ਕਰਨ ਦਾ ਤਾਂ ਇਹਨਾਂ ਨੇ ਕਹਿ ਦਿੱਤਾ ਹੈ ਕਿ ਦੇਖੋ ਅਸੀਂ ਦੇਖਾਂਗੇ ਤੇ ਫਿਰ ਉਹਦੇ ਤੇ ਵਿਚਾਰ ਕਰਾਂਗੇ। ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਕਰ ਦੇਵਾਂਗੇ। ਉੱਥੇ ਤੇ ਇਹਨਾਂ ਦੇ ਵਿਧਾਇਕ ਤੁਹਾਨੂੰ ਪਤਾ ਹੀ ਆ ਆਦੇਸ਼ ਨੂੰ ਹੱਥ ਖੜਾ ਕਰਕੇ ਮੰਨ ਕੇ ਆਏ ਸੀਗੇ ਗੁਰਪ੍ਰੀਤ। ਹੁਣ ਇਹ ਕਹਿੰਦੇ ਨੇ ਕਿ ਅਸੀਂ ਵਿਚਾਰ ਕਰਾਂਗੇ, ਯਾਨੀ ਇਸ ਗੱਲ ਤੇ ਤਾਂ ਆ ਗਏ ਕਿ ਅਸੀਂ ਸੰਬੰਧਿਤ ਸੁਝਾਵਾਂ ਨੂੰ, ਤਰਮੀਮਾਂ ਨੂੰ ਵਿਚਾਰਾਂਗੇ ਕੈਬਨਿਟ ਦੇ ਵਿੱਚ ਤੇ ਫਿਰ ਫਾਈਨਲ ਫੈਸਲਾ ਲਵਾਂਗੇ। ਦੇਖੋ ਗੱਲ ਇਹ ਆ ਕਿ ਭਾਈ ਜੇ ਤੁਸੀਂ ਅਜਿਹਾ ਕਰਨਾ ਸੀਗਾ, ਮੇਰੇ ਖਿਆਲ ਦੇ ਨਾਲ ਨਾ 2 ਚੀਜ਼ਾਂ ਜਿਹੜੀਆਂ ਤੈਅ ਹੋਈਆਂ ਕੱਲ। ਨੰਬਰ 1, ਆਮ ਆਦਮੀ ਪਾਰਟੀ ਦੇ ਵਿੱਚ ਕਿੰਨੀ ਕੁ ਪਰਪੱਕਤਾ ਹੈ, ਕਿੰਨਾ ਕੁ ਤਜਰਬਾ ਹੈ, ਕਿੰਨੀ ਕੁ ਸੂਝ ਹੈ, ਕਿੰਨਾ ਕੁ ਇਹ ਸੀਰੀਅਸਲੀ ਲੈਂਦੇ ਆ। ਤੁਸੀਂ ਇਹ ਦੇਖੋ ਨਾ ਕਿ ਇੱਕ 3-4 ਪੇਜ ਦਾ ਇਹ ਜਿਹੜਾ ਅਮੈਂਡਮੈਂਟ ਸੀਗਾ ਜਿਹਦੇ ਰੂਲ ਹਾਲੇ ਡਰਾਫਟ ਹੋਣੇ ਨੇ, ਤੁਸੀਂ ਉਹ ਪੜ੍ਹ ਕੇ ਜੇ ਨਹੀਂ ਵੀ ਸਮਝ ਸਕਦੇ ਤਾਂ ਕਿਸੇ ਵੀ ਲੀਗਲ ਐਡਵਾਈਜ਼ਰ ਤੋਂ ਐਡਵਾਈਸ ਲੈ ਕੇ ਤੁਸੀਂ ਉਹਨੂੰ ਘੱਟੋ ਘੱਟ ਇੰਨਾ ਕੁ ਯਾਦ ਕਰ ਸਕਦੇ ਸੀਗੇ ਕਿ ਜਦੋਂ ਵੀ ਤੁਹਾਨੂੰ ਕੋਈ ਸਵਾਲ ਕੀਤਾ ਜਾਵੇ ਤਾਂ ਤੁਸੀਂ ਉਹਦਾ ਆਧਾਰ ਜ਼ਰੂਰ ਦੱਸ ਸਕੋ। ਤਾਂ ਇਹ ਤੇ ਬਿਲਕੁਲ ਕੋਰੇ ਸਾਬਤ ਹੋਏ। ਦੂਜੀ ਚੀਜ਼ ਕਿ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਇਹਨਾਂ ਨੂੰ ਭੇਜਿਆ, ਇਹਦਾ ਮਤਲਬ ਹੈ ਕਿ ਬਿੱਲ ਤਾਂ ਉੱਤੋਂ ਆ ਗਿਆ ਬਣ ਕੇ ਕਿ ਅਸੀਂ ਆਹ ਤਰਮੀਮ ਲਿਆਉਣੀ ਆ, ਪਰੰਤੂ ਜਦੋਂ ਇਹਨਾਂ ਨੂੰ ਭੇਜਿਆ ਤਾਂ ਉਦੋਂ ਇਹਨਾਂ ਨੂੰ ਸਪੈਸ਼ਲ ਕੋਈ ਹਦਾਇਤ ਨਹੀਂ ਹੋਈ ਕਿ ਤੁਸੀਂ ਆਪਣੀ ਤਿਆਰੀ ਕਰਕੇ ਜਾਣਾ।
ਤੇ ਇਸੇ ਕਰਕੇ ਜੇ ਤੁਸੀਂ ਦੇਖੋਗੇ ਇਹ ਐਕਸਪੋਜ਼ ਹੋ ਗਿਆ ਕਿ ਦਰਅਸਲ ਜਿਹੜੇ ਕਾਨੂੰਨ ਬਣ ਰਹੇ ਨੇ, ਬਿੱਲ ਆ ਰਹੇ ਨੇ, ਕਿਉਂਕਿ ਨਿਯਮ 115 ਕੀ ਕਹਿੰਦਾ ਹੈ, ਹੁਣ ਉਹਦੇ ਤੇ ਆਵਾਂਗੇ। ਉਸ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਪੋਲੀਟੀਕਲੀ ਆਪਾਂ ਨਫੇ ਨੁਕਸਾਨ ਦੀ ਗੱਲ ਕਰੀਏ ਤਾਂ ਇਹਨਾਂ ਨੇ ਇੱਕ ਪੱਖ ਤੋਂ ਇਹ ਨੁਕਸਾਨ ਚੱਲਿਆ। ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਵਿਧਾਨ ਸਭਾ ਤੇ ਵੀ ਸਵਾਲ ਖੜੇ ਹੋ ਗਏ, ਕਿਉਂਕਿ ਜਿਹੜੀ ਕਾਰਕਰਦਗੀ ਹੈ, ਜੋ ਕਾਰਜ ਪ੍ਰਣਾਲੀ ਹੁੰਦੀ ਹੈ ਕਿਸੇ ਵੀ ਸੰਸਥਾ ਦੀ, ਕਿਸੇ ਵੀ ਅਦਾਰੇ ਦੀ, ਕਿਸੇ ਵੀ ਵਿਧਾਨਕ ਆਪਾਂ ਦੇਖੀਏ ਜੋ ਸਾਡਾ ਸਿਸਟਮ ਹੁੰਦਾ ਹੈ, ਉਹਦੀ ਜਿਹੜੀ ਕਾਰਕਰਦਗੀ ਹੁੰਦੀ ਹੈ ਉਹ ਕਈ ਵਾਰ ਮੀਡੀਆ ਜਿਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਦੁਨੀਆ ਤੱਕ ਪਹੁੰਚਾਵੇ, ਲੋਕਾਂ ਤੱਕ ਪਹੁੰਚਾਵੇ, ਜਦੋਂ ਉਹ ਉਸ ਚੀਜ਼ ਤੋਂ ਕਿਤੇ ਨਾ ਕਿਤੇ ਕੰਡ ਕਰ ਜਾਂਦਾ ਹੈ ਤਾਂ ਕਈ ਵਾਰ ਫਿਰ ਮੈਂ ਤੇ ਸਮਝਦਾ ਕਿ ਇਸ ਵਾਰੀ ਇਹ ਹੋਇਆ ਕਿ ਤਖਤ ਨੇ ਜੋ ਕੰਮ ਕੀਤਾ ਉਹ ਮੀਡੀਆ ਵੀ ਨਹੀਂ ਕਰ ਸਕਿਆ, ਯਾਨੀ ਵਿਧਾਨ ਸਭਾ ਦਾ ਵੀ ਮਾਮਲਾ ਜਿਹੜਾ ਉਹ ਸਾਫ਼ ਕਰ ਦਿੱਤਾ। ਮਤਲਬ ਕਿ ਨੰਬਰ ਪਹਿਲਾ ਕਿ ਆਮ ਆਦਮੀ ਪਾਰਟੀ ਦਾ ਤਜਰਬਾ ਕਿੰਨਾ ਕੁ ਹੈ, ਪਰਪੱਕਤਾ ਕਿੰਨੀ ਕੁ ਹੈ, ਗੰਭੀਰਤਾ ਕਿੰਨੀ ਕੁ ਹੈ, ਸਟ੍ਰੈਟਜੀ ਕਿੰਨੀ ਕੁ ਹੈ, ਧਾਰਮਿਕ ਮਾਮਲਿਆਂ 'ਚ ਜਾਣਕਾਰੀ ਕਿੰਨੀ ਕੁ ਹੈ, ਵਿਧੀ ਕਾਨੂੰਨ ਦੇ ਮਾਮਲੇ 'ਚ ਕਿੰਨੀ ਕੁ ਮੈਚਿਓਰਿਟੀ ਹੈ, ਉਹ ਸਾਰੀਆਂ ਚੀਜ਼ਾਂ ਦੇਖੀਆਂ, ਤੁਸੀਂ ਆਪਦਾ ਜਲੂਸ ਕਢਵਾ ਲਿਆ ਇਹਨਾਂ ਨੇ। ਸੈਕਿੰਡ ਥਿੰਗ ਕਿ ਵਿਧਾਨ ਸਭਾ ਦੇ ਵਿੱਚ ਕੀ ਚੱਲਦਾ, ਜਿਹੜਾ ਨਿਯਮ 115 ਹੈ ਉਹਦੇ ਵਿੱਚ ਤੁਸੀਂ ਜਾ ਕੇ ਦੇਖੋਗੇ। ਵੈਸੇ ਮੈਂ ਤੁਹਾਨੂੰ ਸਾਰਿਆਂ ਨੂੰ ਸੁਜੈਸਟ ਕਰੂੰਗਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਕੱਲ੍ਹ ਆਨਲਾਈਨ ਪਈਆਂ ਹੁੰਦੀਆਂ ਨੇ, ਜੇਕਰ ਕਿਸੇ ਨੇ ਵੀ ਕੋਈ ਚੀਜ਼ਾਂ ਪੜ੍ਹਨੀਆਂ ਹੋਣ, ਸਮਝ ਨਹੀਂ ਆਉਣ ਤਾਂ ਤੁਸੀਂ ਬਿਹਤਰ ਤਰੀਕੇ ਨਾਲ ਉਹਨਾਂ ਨੂੰ ਪੜ੍ਹ ਸਕਦੇ ਹੋ, ਵਿਚਾਰ ਸਕਦੇ ਹੋ। ਤਾਂ ਇੱਕ ਨਿਯਮ ਹੈ, ਨਿਯਮ ਇਹ ਕਹਿੰਦਾ ਹੈ, ਇਹ ਜਿਹੜਾ ਮੈਂ ਤੁਹਾਨੂੰ ਰੂਲ ਕੋਟ ਕੀਤਾ ਉਹਦੇ ਮੁਤਾਬਕ 15 ਦਿਨ ਪਹਿਲਾਂ ਖਰੜਾ ਵਿਧਾਇਕਾਂ ਦੇ ਕੋਲ ਪਹੁੰਚਣਾ ਲਾਜ਼ਮ ਹੈ। ਜੇ ਉਸ ਨਿਯਮ ਦੀ ਪਾਲਣਾ ਕੀਤੀ ਗਈ ਹੁੰਦੀ ਗੁਰਪ੍ਰੀਤ, ਜੇ ਉਸ ਨਿਯਮ ਦੇ ਮੁਤਾਬਕ ਖਰੜਾ ਵਕਤ ਰਹਿੰਦਿਆਂ, ਵੇਲਾ ਰਹਿੰਦਿਆਂ MLAs ਤੱਕ ਪਹੁੰਚਿਆ ਹੁੰਦਾ ਤਾਂ ਅੱਜ ਇਹ ਨਹੀਂ ਸੀ ਕਹਿ ਸਕਦੇ, ਜਿਵੇਂ ਜਗਰੂਪ ਸਿੰਘ ਗਿੱਲ ਬਠਿੰਡਾ ਸ਼ਹਿਰੀ ਵਾਲੇ ਜਿਹੜੇ ਇਹਨਾਂ ਦੇ ਵਿਧਾਇਕ ਆ, ਉਹਨਾਂ ਨੇ ਖੁਦ ਇਹ ਗੱਲ ਤਸਲੀਮ ਕੀਤੀ ਜਨਤਕ ਤੌਰ ਤੇ ਕਿ ਇਹ ਕਾਹਲੀ ਦੇ ਵਿੱਚ ਆਈਆਂ ਚੀਜ਼ਾਂ ਨੇ ਤੇ ਕਾਹਲੀ ਦੇ ਵਿੱਚ ਆਈਆਂ ਚੀਜ਼ਾਂ ਕਈ ਮਰਤਬਾ ਤੁਹਾਨੂੰ ਫਸਾ ਦਿੰਦੀਆਂ। ਤਾਂ ਮੇਰਾ ਮੰਨਣਾ ਇਹ ਆ ਕਿ ਦੋ ਚੀਜ਼ਾਂ ਵੱਡੀਆਂ ਹੋਈਆਂ, ਇੱਕ ਆਮ ਆਦਮੀ ਪਾਰਟੀ ਵੀ ਐਕਸਪੋਜ਼ ਹੋਈ ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਵਿਧਾਨ ਸਭਾ ਦੇ ਵਿੱਚ ਕੀ ਚੱਲ ਰਿਹਾ ਅੱਜ ਕੱਲ੍ਹ, ਵਿਧਾਨ ਸਭਾ ਦੇ ਮਾਮਲੇ 'ਚ ਆਪਾਂ ਦੇਖੀਏ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ, ਕਿਸ ਤਰ੍ਹਾਂ ਦਾ ਕੰਮ ਕਰ ਰਿਹਾ, ਉਹ ਵੀ ਇਹ ਲੋਕਾਂ ਦੇ ਸਾਹਮਣੇ ਆ ਗਿਆ। ਜਿਹੜਾ ਕੰਮ ਮੀਡੀਆ ਨੇ ਕਰਨਾ ਸੀ, ਮੀਡੀਆ ਨੇ ਇਹ ਆਵਾਜ਼ ਚੁੱਕਣੀ ਹੁੰਦੀ ਹੈ ਕਿ ਭਾਈ ਜਿਹੜੀ ਸਦਨ ਦੀ ਕਾਰਵਾਈ ਹੈ, ਜੇ ਖਰੜਾ ਹੀ ਬਈ ਤੁਸੀਂ ਵੇਲੇ ਨਾਲ ਨਹੀਂ ਦਿਓਗੇ ਕਿਸੇ ਨੂੰ, ਕੀ ਪੜੂਗਾ, ਕੀ ਉਹਦੇ ਤੇ ਵਿਚਾਰ ਕਰੂਗਾ, ਕੀ ਉਹ ਨੁਕਤੇ ਨੋਟ ਕਰੂਗਾ, ਕੀ ਉਹ ਬਹਿਸ ਵਾਸਤੇ ਨੋਟਿੰਗ ਬਣਾਊਗਾ। ਮਤਲਬ ਕਿ ਇਹ ਸਾਰੀਆਂ ਚੀਜ਼ਾਂ ਮੀਡੀਆ ਨੇ ਕਰਨੀਆਂ ਸੀਗੀਆਂ। ਪਰ ਕੱਲ ਤਖਤ ਤੇ ਜੋ ਹੋਇਆ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ, ਤਾਂ ਉਹਦੇ ਵਿੱਚ ਇਹ ਚੀਜ਼ ਬਿਲਕੁਲ ਬਾਹਰ ਆ ਗਈ ਕਿ ਦਰਅਸਲ ਵਿਧਾਨ ਸਭਾ ਦੀ ਹੁਣ ਕਾਰਵਾਈ ਵੀ ਜਿਹੜੀ ਆ ਉਹ ਬਹੁਤ ਹੱਦ ਤੱਕ ਸਕ੍ਰਿਪਟਡ ਹੋ ਜਾਂਦੀ ਹੈ, ਬਹੁਤ ਹੱਦ ਤੱਕ ਕਹਿ ਲਈਏ ਕਿ ਹਦਾਇਤਕਾਰ ਤੇ ਜਿਹੜਾ ਕੋਈ ਪਿੱਛੇ ਤਾਕਤਵਰ ਹਦਾਇਤਕਾਰ ਹੁੰਦਾ ਹੈ ਉਹਦੇ ਤੇ ਨਿਰਭਰ ਕਰਦੀ ਹੈ ਕਿ ਉਸਨੇ ਬਿਜ਼ਨਸ ਕਿਵੇਂ ਚਲਾਉਣਾ, ਕੀ ਕਰਨਾ, ਯਾਨੀ ਏਜੰਡਾ ਆਧਾਰਿਤ, ਯਾਨੀ ਸਿਆਸੀ ਏਜੰਡਾ ਆਧਾਰਿਤ ਚੀਜ਼ਾਂ ਹੀ ਆਪਾਂ ਜੇ ਵੇਖੀਏ ਤੇ ਉਹ ਇਸ ਕਾਰਕਰਦਗੀ ਦਾ ਹਿੱਸਾ ਬਣਦੀਆਂ। ਗੁਰਪ੍ਰੀਤ, ਤੁਹਾਡਾ ਕੋਈ ਇਸ ਮੁੱਦੇ ਤੇ ਕੋਈ ਪ੍ਰਸ਼ਨ ਹੋਵੇ, ਕੋਈ ਜਿਗਿਆਸਾ ਹੋਵੇ ਤੇ ਜ਼ਰੂਰ ਤੁਸੀਂ ਵੀ ਦੱਸ ਦਿਓ। ਜੀ, ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਦੇਖ ਰਹੇ ਹਾਂ ਹਰ ਵਾਰ, ਵੈਸੇ ਆਮ ਤੌਰ ਤੇ ਇਹ ਆਪਾਂ ਗੱਲ ਕਰਦੇ ਹੀ ਹੁੰਦੇ ਆ ਵੀ ਸਰਕਾਰ ਹਮੇਸ਼ਾ ਹੀ ਯੂ ਟਰਨ ਲੈਂਦੀ ਹੈ, ਯੂ ਟਰਨ ਵੱਧ ਲਏ ਜਾਂਦੇ ਨੇ ਫੈਸਲਿਆਂ ਤੋਂ ਵੀ। ਤੇ ਹੁਣ ਇਸ ਮਾਮਲੇ ਦੇ ਵਿੱਚ ਵੀ ਜਦੋਂ ਤਾਂ ਇਹ ਕਾਨੂੰਨ ਨੂੰ ਸੋਧਿਆ ਗਿਆ, ਉਸ ਸਮੇਂ ਦੇ ਮੁੱਖ ਮੰਤਰੀ ਸਾਹਿਬ ਦੇ ਜੇ ਬਿਆਨ ਚੱਕ ਕੇ ਦੇਖੀਏ ਤਾਂ ਸਪਸ਼ਟ ਤੌਰ ਤੇ ਮੁੱਖ ਮੰਤਰੀ ਸਾਹਿਬ ਨੇ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਸਟੇਜਾਂ ਤੋਂ ਇਹ ਗੱਲ ਕਹੀ ਵੀ ਜਿਹੜੀਆਂ ਮਰਜ਼ੀ ਮੀਟਿੰਗਾਂ ਕਰ ਲੈਣ, ਜੋ ਮਰਜ਼ੀ ਕਹੀ ਜਾਣ, ਇਹ 'ਚ ਹੁਣ ਕੋਈ ਸੋਧ ਤਾਂ ਹੋਣ ਵਾਲੀ ਨਹੀਂ ਹੈ, ਅਸੀਂ ਕੁਝ ਵੀ ਬਦਲਣ ਵਾਲੇ ਨਹੀਂ ਆ। ਤੇ ਸਮੇਂ ਦੇ ਨਾਲ ਬੰਦੇ ਦਾ ਵਿਕਾਸ ਹੋਣਾ ਸੁਭਾਵੀ ਹੁੰਦਾ ਹੈ। ਇਹਨੂੰ ਹੁਣ ਵਿਕਾਸ ਮੰਨੀਏ ਮੁੱਖ ਮੰਤਰੀ ਸਾਹਿਬ ਦੇ ਵਿਚਾਰਾਂ ਦੇ ਵਿੱਚ, ਜਾਂ ਫਿਰ ਇਹਨੂੰ ਕਿਵੇਂ ਦੇਖੀਏ? ਦੇਖੋ, ਬਿਲਕੁਲ ਜੋ ਪ੍ਰੋਗਰੈਸਿਵ ਚੀਜ਼ਾਂ ਹੁੰਦੀਆਂ ਨੇ ਉਹ ਬਿਲਕੁਲ ਰਿਫਾਰਮ, ਉਹ ਜਿਹੜੀਆਂ ਚੀਜ਼ਾਂ ਲੈ ਕੇ ਆਉਂਦੀਆਂ ਨੇ ਉਹ ਠੀਕ ਆ, ਪਰ ਤੁਸੀਂ ਇਹ ਵੀ ਨਾ ਭੁੱਲੋ ਕਿ ਇਹਨਾਂ ਨੇ ਸ਼ੁਕਰਾਨਾ ਯਾਤਰਾ ਕੀਤੀ ਹੋਈ ਹੈ ਟੈਕਸ ਪੇਅਰਸ ਦੇ ਪੈਸੇ ਨਾਲ। ਇਸ ਵਿਸ਼ੇ ਤੇ ਇਹਨਾਂ ਨੇ ਤੇ ਮਤਲਬ ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਦੀ ਨੁਮਾਇਸ਼ ਕੀਤੀ ਆ, ਨਾ ਸਿਰਫ ਐਲਾਨ ਕੀਤਾ ਕਿ ਅਸੀਂ ਪਿੱਛੇ ਨਹੀਂ ਹਟਾਂਗੇ। ਤਾਂ ਮਤਲਬ ਕਿ ਜੇ ਇਹਦੇ ਤੇ ਹੁਣ ਦੇਖੋ
1 ਮਹੀਨੇ ਦਾ ਸਮਾਂ ਹੈ, ਗਾਂ ਇਲੈਕਸ਼ਨ ਬਿਲਕੁਲ ਨੇੜੇ ਆ ਜਾਏਗਾ, ਫਿਰ ਤੇ ਬਿਲਕੁਲ ਹੀ ਪੋਜੀਸ਼ਨ ਕਸੂਤੀ ਹੋ ਜਾਏਗੀ। ਕਿਉਂਕਿ ਇਹਨਾਂ ਚੀਜ਼ਾਂ ਨੂੰ ਲੋਕਾਂ ਨੇ ਮੰਨਣਾ ਨਹੀਂ। ਮੁੜ ਕੇ ਲੋਕ ਇਹੀ ਕਹਿਣਗੇ ਕਿ ਅਕਾਲ ਤਖਤ ਸਾਹਿਬ ਤੇ ਤੁਸੀਂ ਹਾਂ ਕਰਕੇ ਆਏ ਹੋ। ਪਰ ਜਦੋਂ ਇਹ ਤਰਮੀਮਾਂ ਵੱਲ ਵਧਣਗੇ, ਜੇ ਇਹਨਾਂ ਨੇ ਪ੍ਰਵਾਨ ਕਰ ਲਈਆਂ ਸੁਝਾਅ ਜਾਂ ਤਰਮੀਮਾਂ, ਤਾਂ ਮੇਰੇ ਖਿਆਲ ਦੇ ਨਾਲ ਬਿਲਕੁਲ ਤੁਹਾਡਾ ਵੈਲਿਡ ਤੇ ਵਾਜਬ ਸਵਾਲ ਆ ਕਿ ਫਿਰ ਇਹਨਾਂ ਦੀ ਹਾਲਤ ਹੋਰ ਵੀ ਵਿਗੜ ਜਾਏਗੀ, ਤਬੀਅਤ ਹੋਰ ਖਰਾਬ ਹੋ ਜਾਏਗੀ। ਕਿਉਂਕਿ ਇਹਨਾਂ ਦੇ ਬਿਆਨ ਜਿਹੜੇ ਨੇ ਉਹ ਲੋਕ ਕੱਢ ਕੇ ਅੱਗੇ ਰੱਖਣਗੇ ਕਿ ਦੇਖੋ ਹਰ ਵਾਰ ਦੀ ਤਰ੍ਹਾਂ ਇਹਨਾਂ ਨੇ ਇਸ ਮਰਤਬਾ ਵੀ ਯੂ ਟਰਨ ਮਾਰਿਆ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਔਰ ਫਿਰ ਇਹ ਵੀ ਹੋਏਗਾ ਕਿ ਜੇ ਤੁਸੀਂ ਸ਼ੁਕਰਾਨਾ ਯਾਤਰਾ ਕਰਦੇ ਹੋ ਕਿਸੇ ਚੀਜ਼ ਨੂੰ ਲੈ ਕੇ, ਟੈਕਸ ਪੇਅਰਸ ਦੇ ਪੈਸੇ ਨਾਲ ਸਭ ਕੁਝ ਕਰਦੇ ਹੋ, ਉਹ ਚੀਜ਼ ਬਿਲਕੁਲ ਉਲਟ ਜਾਂਦੀ ਹੈ, ਤਾਂ ਮੇਰੇ ਖਿਆਲ ਦੇ ਨਾਲ ਸਵਾਲ ਫਿਰ ਹੋਰ ਵੀ ਵੱਡੇ ਹੋ ਜਾਣ। ਜੀ ਬਿਲਕੁਲ ਬਿਲਕੁਲ, ਇਹ ਤਾਂ ਹੋਣਗੇ ਹੀ ਹੋਣਗੇ। ਜਦੋਂ ਤੁਸੀਂ ਬਾਰ-ਬਾਰ ਪਹਿਲਾਂ ਕੁਝ ਕਹਿੰਦੇ ਹੋ, ਬਾਅਦ ਦੇ ਵਿੱਚ ਤੁਸੀਂ ਜਦੋਂ ਉਸ ਦਾ ਰਿਐਕਸ਼ਨ ਦੇਖਦੇ ਹੋ, ਫਿਰ ਦਵਾ ਸੱਟ ਪਲਟ ਜਾਂਦੇ ਹੋ। ਅੱਗੇ ਚੱਲੀਏ ਤਾਂ ਪੰਜਾਬ ਪੁਲਿਸ ਨੇ ਇਨਕਾਊਂਟਰ ਮਾਮਲਿਆਂ ਦੇ ਵਿੱਚ ਜਵਾਬ ਦਾਖਲ ਕੀਤਾ ਹੈ। ਦੇਖੋ, ਹਿਊਮਨ ਰਾਈਟਸ ਕਮਿਸ਼ਨ ਨੇ ਇਹਦੇ ਤੇ ਜਵਾਬ ਤਲਬੀ ਕੀਤੀ ਸੀਗੀ, ਤਾਂ ਉਹਦੇ ਵਿੱਚ ਇਹਨਾਂ ਨੇ ਜਾ ਕੇ ਜਵਾਬ ਫਾਈਲ ਕਰ ਦਿੱਤਾ ਹੈ ਗੁਰਪ੍ਰੀਤ। ਤੇ ਇਹ ਗੱਲ ਆ ਕਿ ਬਈ ਦੇਖੋ, ਕਈ ਮਾਮਲੇ ਸੀਗੇ ਇਨਕਾਊਂਟਰਾਂ ਦੇ। ਵੈਸੇ ਆਪਾਂ ਤਾਂ ਲਗਾਤਾਰ ਮਹੀਨਿਆਂ ਵੱਧੀ ਸਮਾਂ ਹੋ ਗਿਆ ਹੁਣ ਤਾਂ ਕਿ ਜਿਹੜੀਆਂ ਇਨਕਾਊਂਟਰਾਂ ਦੀਆਂ ਕਹਾਣੀਆਂ ਆ ਰਹੀਆਂ ਸਨ, ਬੜੀਆਂ ਅਜੀਬੋ-ਗਰੀਬ ਜਿਹੀਆਂ ਕਹਾਣੀਆਂ, ਜਿਨ੍ਹਾਂ ਤੇ ਯਕੀਨ ਕੋਈ ਕਰ ਹੀ ਨਹੀਂ ਸਕਦਾ, ਜਿਨ੍ਹਾਂ ਦੀ ਸਕ੍ਰਿਪਟ, ਜਿਨ੍ਹਾਂ ਦੀ ਹਕੀਕਤ, ਉਹ ਸਭ ਕੁਝ ਲੋਕ ਜਾਣਦੇ ਸਨ। ਤਾਂ ਬਹਰਹਾਲ ਇਹਨਾਂ ਨੇ ਜਾ ਕੇ ਜਵਾਬ ਦਾਖਲ ਕਰ ਦਿੱਤਾ ਹੈ। ਦੇਖੋ, ਜਵਾਬ ਦੇ ਵਿੱਚ ਇਹਨਾਂ ਨੇ ਕੀ ਲਿਖਿਆ ਹੈ ਉਹ ਤੇ ਆਪਾਂ ਨਹੀਂ ਦੱਸ ਸਕਦੇ, ਕਿਉਂਕਿ ਸ਼ਾਇਦ ਸੀਲਬੰਦ ਜਵਾਬ ਗਿਆ ਹੋਏਗਾ। ਪਰ ਇਹ ਕੁਝ ਮਾਮਲੇ ਸੀਗੇ, ਜਿਵੇਂ ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਤੇ ਇੱਕ ਐਨਕਾਊਂਟਰ ਦੇ ਵਿੱਚ ਇਹ ਜਾਣਕਾਰੀ ਮਿਲ ਰਹੀ ਹੈ ਕਿ ਇਹਨਾਂ ਨੇ SIT ਦਾ ਗਠਨ ਕੀਤਾ ਹੈ, ਐਸੀ ਜਾਣਕਾਰੀ ਦਿੱਤੀ ਆ। ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਕਈ ਕਹਾਣੀਆਂ ਨੇ, ਜਿਵੇਂ ਆਪਾਂ ਇੱਕ ਐਨਕਾਊਂਟਰ ਅਮਰਤਪਾਲ ਸਿੰਘ ਨਾਂ ਦਾ ਹੋਇਆ ਸੀਗਾ, ਕੋਈ ਗੈਂਗਸਟਰ ਸੀ ਸ਼ਾਇਦ, ਉਹਦਾ ਕੀਤਾ ਸੀਗਾ। ਰਣਜੀਤ ਸਿੰਘ ਦਾ ਹੋ ਗਿਆ। ਫਿਰ ਇਸ ਤੋਂ ਇਲਾਵਾ ਤੇਜਾ ਮਹਿੰਦੀਪੁਰੀਏ ਦਾ। ਇਹ ਤਾਂ ਕਈ ਐਨਕਾਊਂਟਰ ਆ ਜਿਨ੍ਹਾਂ ਦੀ ਕਹਾਣੀ, ਜਿਵੇਂ ਸੰਜੂ ਬਾਮਨ, ਸੁਖਦੇਵ, ਕਈ ਨਾਮ ਨੇ ਇਸ ਪ੍ਰਕਾਰ ਦੇ ਕਿ ਜਿਨ੍ਹਾਂ ਦੀ ਕਹਾਣੀ ਬਿਲਕੁਲ ਇੱਕੋ ਜਿਹੀ ਆ, ਜਿੱਥੇ ਇਹਨਾਂ ਨੇ ਕਿਹਾ ਕਿ ਅਸੀਂ ਬੰਦੇ ਨੂੰ ਰਿਕਵਰੀ ਵਾਸਤੇ ਲੈ ਕੇ ਚੱਲੇ ਸਾਂ। ਅੱਛਾ ਗੁਰਪ੍ਰੀਤ, ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਅਸੀਂ ਇਹ 90 ਦੇ ਦਹਾਕੇ 'ਚ ਵੀ ਕਹਾਣੀਆਂ ਸੁਣਦੇ ਰਹੇ ਹਾਂ। ਉਸ ਵੇਲੇ ਵੀ ਇਹੋ ਜਿਹੀਆਂ ਹੀ ਕਹਾਣੀਆਂ ਹੁੰਦੀਆਂ ਸਨ ਕਿ ਅਸੀਂ ਬੰਦੇ ਲਿਜਾ ਰਹੇ ਸੀ, ਗਾਂ ਖਾੜਕੂਆਂ ਦੀ ਦੂਜੀ ਪਾਰਟੀ ਨੇ ਫਾਇਰਿੰਗ ਕਰ ਦਿੱਤੀ, ਉਹਦੇ 'ਚ ਇਹ ਬੰਦੇ ਮਾਰੇ ਗਏ, ਮਤਲਬ ਕਿ ਜਿਹੜੇ ਕਸਟਡੀ 'ਚ ਹੈ ਉਹ ਬੰਦੇ ਮਾਰੇ ਗਏ, ਤਜਾ ਭੱਜਣ ਦਾ ਯਤਨ ਕਰਦੇ। ਇਹ ਕਹਾਣੀਆਂ ਅਸੀਂ ਬਚਪਨ ਦੇ ਵਿੱਚ ਸੁਣੀਆਂ, ਜਿਹੜੀਆਂ ਕਿ ਅੱਜ ਅਸੀਂ ਆਪਦੀ ਜਵਾਨੀ ਵਿਆਹ ਕੇ ਵੀ ਲਗਭਗ ਸੁਣ ਰਹੇ ਹਾਂ। ਬਿਲਕੁਲ, ਇਹਨਾਂ ਚੀਜ਼ਾਂ ਤੇ ਮੇਰੇ ਖਿਆਲ ਦੇ ਨਾਲ ਪੁਲਿਸ ਵਾਲੇ ਜਿਹੜੇ ਆ ਜੋ ਮਰਜ਼ੀ ਕਹੀ ਜਾਣ, ਪਰ ਹਕੀਕਤ ਤੇ ਹਕੀਕਤ ਹੈ ਨਾ। ਤੁਸੀਂ ਇੱਕ ਚੀਜ਼ ਦੇਖੋ ਕਿ ਮੋਗਾ ਦੇ ਵਿੱਚ ਡੀਜੇ ਬੰਦ ਕਰਾਉਣ ਨੂੰ ਲੈ ਕੇ ਪ੍ਰਵਾਸੀਆਂ ਨੇ ਪੁਲਿਸ ਕੁੱਟਤੀ, ਪਰ ਪੁਲਿਸ ਦੀ ਬੇਇੱਜ਼ਤੀ ਇੰਨੀ ਹੋਈ ਕਿ ਗੱਲ ਹੀ ਛੱਡ ਦਿਓ। ਪ੍ਰਵਾਸੀਆਂ ਦਾ ਮੁੱਦਾ ਤੁਹਾਨੂੰ ਪਤਾ ਵੈਸੇ ਵੀ ਗੁੰਝਲਦਾਰ ਬਣ ਜਾਂਦਾ ਹੈ। ਬਿਲਕੁਲ। ਜਦੋਂ ਇਹਨਾਂ ਨੇ ਬੰਦੇ ਫੜੇ ਤਾਂ ਮਤਲਬ ਕਿ ਤੋੜੇ ਪਏ ਸੀ। ਅੱਛਾ, ਤੁਹਾਨੂੰ ਯਾਦ ਹੋਣਾ ਹੈ ਕਿ ਇਕੱਲੇ ਇਹ ਨਹੀਂ ਹੈ ਕਿ ਗੋਲੀਆਂ, ਅੱਜ ਕੱਲ੍ਹ ਹੋਰ ਵੀ ਚੱਲਦਾ ਹੈ, ਅੱਜ ਕੱਲ੍ਹ ਸਿਸਟਮ ਹੋਰ ਵੀ ਚੱਲਦਾ। ਮੈਂ ਤੁਹਾਨੂੰ ਇੱਕ ਹੋਰ ਘਟਨਾ ਦੱਸਦਾ। ਬਠਿੰਡਾ ਦੇ ਵਿੱਚ ਡਾਕਟਰ ਗਰਗ ਦੀ ਕਲੀਨਿਕ ਤੇ ਬੀਤੇ ਦਿਨੀ ਇੱਕ ਪੈਟਰੋਲ ਬੋਤਲ, ਜਿਹਨੂੰ ਬੰਬ ਨੁਮਾ ਬਣਾ ਦਿੱਤਾ ਗਿਆ, ਉਹਦੇ ਨਾਲ ਅਟੈਕ ਕੀਤਾ ਗਿਆ। ਉਹ ਬੰਦੇ ਇੱਥੋਂ ਫੜੇ ਗਏ ਸਾਡੇ ਆ ਪਿੰਡ ਦੇ ਲਾਗੇ, ਸਰਵਰ ਖੂਹੀਆਂ। ਮੇਰੇ ਪਿੰਡ ਤੋਂ ਲਾ ਲਓ ਕੋਈ 15-20 ਕਿਲੋਮੀਟਰ ਦੂਰ ਹੋਣਾ ਜੀ। ਸਰਵਰ ਖੂਹੀਆਂ ਦੇ ਉਹ ਮੁੰਡੇ ਦੋ ਫੜ ਲਿਆਂਦੇ ਇਹਨਾਂ ਨੇ। ਬੜੀ ਹਾਸੋਹੀਣੀ ਗੱਲ ਹੈ। ਹਰਜੋਤ ਸਿੰਘ ਬੈਂਸ ਦੀ ਜਿਹੜੀ ਘਰ ਵਾਲੀ ਆ, ਉਹ ਇੱਥੇ ਹੈਗੀ ਆ SSP ਬੀਬੀ ਜੋਤੀ ਯਾਦਵ ਜੀ। ਇਹਨਾਂ ਨੇ ਬੰਦੇ ਫੜ ਕੇ ਲਿਆਂਦੇ ਸਾਡੇ ਨਾ। ਜਦੋਂ ਅਸੀਂ ਮਲੋਟ ਤੋਂ ਬਠਿੰਡਾ ਨੂੰ ਐਂਟਰ ਹੁੰਦੇ ਆ ਨਾ, ਤੇ ਹਰਮਲ ਆਉਂਦੇ ਆ ਜੀ, ਤੇ ਹਰਮਲ ਦੇ ਬਰੋਬਰ ਇੱਕ ਫਲਾਈਓਵਰ ਹੈ। ਇਹਨਾਂ ਨੇ ਪੁਲਿਸ ਵਾਲਿਆਂ ਨੇ ਕੀ ਕਹਾਣੀ ਬਿਆਨੀ ਕਿ ਫਲਾਈਓਵਰ ਤੇ ਆ ਕੇ ਕਹਿੰਦੇ ਜੀ ਅਸੀਂ ਮੂਤ ਕਰਨਾ ਹੈ ਜੀ, ਤੇ ਮੁੜ ਕੇ ਉਹਨਾਂ ਨੇ ਫਲਾਈਓਵਰ ਤੋਂ ਛਾਲਾਂ ਮਾਰ ਦਿੱਤੀਆਂ ਜੀ, ਲੱਤਾਂ ਬਾਹਾਂ ਟੁੱਟ ਗਈਆਂ। ਤੁਸੀਂ ਦੇਖੋ ਇਸ ਗੱਲ ਤੇ ਕੋਈ ਯਕੀਨ ਕਰ ਸਕਦਾ ਕਿ ਪਿੱਛੋਂ 15-20-30-40 ਕਿਲੋਮੀਟਰ ਤੋਂ ਤੁਸੀਂ ਬੰਦੇ ਫੜ ਕੇ ਲਿਆਂਦੇ ਹੋਣ, ਬਠਿੰਡੇ 'ਚ ਐਂਟਰ ਹੋ ਗਏ ਹੋ ਤੁਸੀਂ, ਤੇ ਉਹਨਾਂ ਨੂੰ ਤੁਸੀਂ ਖੁੱਲੇ ਰੂਪ 'ਚ ਕਹੋਗੇ ਕਿ ਇੱਥੇ ਸੜਕ ਦੇ ਕਿਨਾਰੇ ਮੂਤ ਕਰ ਲਾ। ਫਲਾਈਓਵਰ ਇੰਨਾ ਵਗਦਾ ਹੈ ਨਾ ਜੀ, ਉਹ ਰਾਤ ਵੀ ਮਤਲਬ ਕਿ ਬੰਦ ਨਹੀਂ ਹੁੰਦਾ ਜੀ। ਇਸ ਤਰ੍ਹਾਂ ਦੀਆਂ ਹਾਸੂਹੀਣੀਆਂ ਕਹਾਣੀਆਂ ਨੇ। ਇਕੱਲਾ ਇਨਕਾਊਂਟਰ ਦਾ ਹੀ ਮਸਲਾ ਨਹੀਂ ਹੈ,
ਇਹ ਜਿਹੜੀਆਂ ਲੱਤਾਂ ਬਾਹਾਂ ਹੁਣ ਤੋੜ ਰਹੇ ਆ, ਉਹਦੇ ਵਿੱਚ ਵੀ ਇਹੋ ਕੁਛ ਹੀ ਆ ਗੁਰਪ੍ਰੀਤ, ਤੇ ਤੋੜੀਆਂ ਜਾਂਦੀਆਂ ਨੇ। ਮੈਨੂੰ ਤੇ ਬਹੁਤ ਵਾਰੀ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲੀਆਂ, ਈਵਨ ਦੈਟ ਕਿ ਇੱਕ ਮੁਕਾਬਲਾ ਬਣਿਆ ਸੀਗਾ ਸਾਡੇ ਏਰੀਏ ਦੇ ਵਿੱਚ, ਚਲੋ ਮੈਂ ਜਗ੍ਹਾ ਨਾਂ ਤੇ ਕੀ ਰਿਵੀਲ ਕਰਨਾ ਹੈ, ਉਸ ਐਨਕਾਊਂਟਰ 'ਚ ਸ਼ਾਮਲ ਇੱਕ ਕਾਂਸਟੇਬਲ ਨੇ ਮੈਨੂੰ ਦੱਸਿਆ ਜੀ ਕਿ ਸਾਡਾ ਅਫਸਰ ਕਹਿੰਦਾ ਸੀ ਕਿ ਟਪਾ ਦਿਓ, ਪਰ ਜਿਹੜਾ ਮੌਕੇ ਦਾ ਅਫਸਰ ਸੀਗਾ ਉਸਨੇ ਕਿਹਾ ਕਿ ਨਹੀਂ ਨਹੀਂ, ਅਸੀਂ ਅਜੇ ਹਰ ਰਿਸਕ ਨਹੀਂ ਲਵਾਂਗੇ। ਤਾਂ ਫਿਰ ਉਹਨੇ ਕਿਹਾ ਕਿ ਬਈ ਮਤਲਬ ਕਿ ਗੋਲੀ ਦੀ ਲੱਤ 'ਚ ਮਾਰਾਂਗੇ। ਇਹ ਗੱਲ ਮੈਨੂੰ ਉਸ ਐਨਕਾਊਂਟਰ ਦੇ ਵਿੱਚ ਹਿੱਸਾ ਲੈਣ ਵਾਲੇ ਬੰਦੇ ਨੇ ਦੱਸੀ। ਲਓ ਤਾਂ ਹਾਂਜੀ, ਮੈਂ ਮਤਲਬ ਕਿ ਉਹਦੇ ਮੂੰਹ, ਕਿਉਂਕਿ ਹਮੇਸ਼ਾ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਮੈਂ ਠੀਕ ਆ ਜਾਣਕਾਰੀਆਂ ਹਾਸਲ ਕਰਦਾ, ਪਰ ਕਦੇ ਵੀ ਮੈਂ ਵਿਸ਼ਵਾਸਘਾਤ ਨਹੀਂ ਕਰਦਾ, ਕਿਉਂਕਿ ਲੁਕਵੀਂ ਰਿਕਾਰਡਿੰਗ ਵਗੈਰਾ ਜਾਂ ਤਾਂ ਕੋਈ ਬੰਦਾ ਰਾਜੀ ਹੋਵੇ ਤੇ ਮੈਂ ਉਹਨੂੰ ਰਿਕਾਰਡ ਕਰ ਸਕਦਾ। ਤਾਂ ਇਹ ਗੱਲਬਾਤ ਦਾ ਹਿੱਸਾ ਸੀ। ਉਸ ਕਾਂਸਟੇਬਲ ਨੇ ਮੈਨੂੰ ਦੱਸਿਆ ਕਿ ਜੇ ਅਸੀਂ ਉਹ ਰਿਸਕ ਲੈ ਲੈਂਦੇ, ਸਾਡਾ ਅਫਸਰ ਮੌਕੇ ਦਾ ਜੇ ਨਾ ਵੇਰਦਾ, ਤੇ ਜਿਹੜਾ ਵੱਡਾ ਅਫਸਰ ਬੈਠਾ ਸੀ ਉਹਨੇ ਸਾਨੂੰ ਫਸਾ ਦੇਣਾ ਸੀ। ਕਿਉਂਕਿ ਫਿਰ ਦੂਜਾ ਜਿਹੜਾ ਬੰਦਾ ਕੀਤਾ ਮਾੜਾ ਮੋਟਾ ਫੱਟੜ, ਉਹਨੂੰ ਵੀ ਹੋ ਗਿਆ ਵੀ ਯਾਰ ਮੇਰੀ ਘੱਟੋ ਘੱਟ ਇਹਨਾਂ ਨੇ ਜਾਨ ਬਖਸ਼ ਦਿੱਤੀ ਆ। ਤਾਂ ਉਸਨੇ ਉਸ ਐਨਕਾਊਂਟਰ ਨੂੰ ਪ੍ਰਵਾਨ ਕਰ ਲਿਆ। ਤਾਂ ਮਤਲਬ ਕਿ ਇਹੋ ਜਿਹੀਆਂ ਕਹਾਣੀਆਂ ਨੇ, ਜੋ ਮਰਜ਼ੀ ਹੈ, ਸਿਰਫ ਫਾਰਮੈਲਿਟੀ ਹੈ, ਪਰ ਹਕੀਕਤ ਕੁਝ ਹੋਰ ਹੈ ਜੇ ਆਪਾਂ ਦੇਖੀਏ ਪਰਤਾਂ ਦੇ। ਜੀ ਬਿਲਕੁਲ ਇਸੇ ਤਰੀਕੇ ਦੇ ਨਾਲ ਹੈ। ਪੈਂਚਰ ਕਰਨਾ ਕਹਿੰਦੇ ਨੇ ਆਮ ਤੌਰ ਤੇ ਲੱਤ 'ਚ ਗੋਲੀ ਮਾਰ ਕੇ। ਇਹ ਸ਼ਬਦ ਵੀ ਆਪਾਂ ਇਜਾਦ ਕੀਤਾ ਆਪਣੀ ਟੀਮ ਨੇ, ਪੈਂਚਰ ਕਰਨਾ। ਜੀ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ ਕਰਦੇ ਹਾਂ ਬਿਜਲੀ ਦੀ, ਖਾਸ ਤੌਰ ਤੇ ਕਿਸਾਨਾਂ ਨੂੰ ਮਿਲਣ ਵਾਲੀ। ਕਿਸਾਨ ਬੜੇ ਦੁਖੀ ਨੇ ਜੀ। ਦੁਆਬੇ 'ਚ ਲਗਾਤਾਰ ਮੈਂ ਵੇਖ ਰਿਹਾ ਥਾਂ ਥਾਈਂ ਧਰਨੇ ਲੱਗ ਰਹੇ ਨੇ ਬਹੁਤ। ਗੁਰਪ੍ਰੀਤ ਅੱਜ ਮਾਝੇ ਦੇ ਵਿੱਚ ਵੀ ਧਰਨੇ ਆ, ਦੁਆਬੇ ਦੇ ਵਿੱਚ ਵੀ ਧਰਨੇ ਆ। ਤਾਂ ਇਸ ਤੋਂ ਇਲਾਵਾ ਲੁਧਿਆਣੇ ਦੇ ਵਿੱਚ ਤੇ ਜਿਹੜੇ ਇੰਡਸਟਰੀਅਲਿਸਟ ਲੋਕ ਨੇ, ਉਹ ਚੀਫ ਇੰਜੀਨੀਅਰ ਦੇ ਦਫ਼ਤਰ ਚਲੇ ਗਏ। ਉਹਨਾਂ ਨੇ ਆਖਿਆ ਚਾਬੀਆਂ ਫੜ ਕੇ ਤੁਸੀਂ ਆਪ ਹੀ ਕਾਰਖਾਨੇ ਚਲਾ ਲਓ, ਸਾਡੇ ਤੋਂ ਤਾਂ ਨਹੀਂ ਚੱਲਦੇ ਜਦੋਂ ਲਾਈਟ ਹੀ ਨਹੀਂ ਆਉਂਦੀ। ਜੀ ਮਤਲਬ ਕਿ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਗੁਰਪ੍ਰੀਤ ਕਿ ਖੁਦ ਜਿਹੜੇ ਕਾਰੋਬਾਰੀ ਲੋਕ ਨੇ ਉਹ ਜਾ ਕੇ ਕਹਿ ਰਹੇ ਨੇ ਕਿ ਭਾਈ ਇੰਡਸਟਰੀ ਨੂੰ ਕੀ ਕਰੀਏ ਜਦ ਬਿਜਲੀ ਨਹੀਂ ਆਉਂਦੀ। ਹੱਦ ਹੋ ਗਈ ਨਾ, ਹੱਦ ਹੋ ਗਈ। ਤਾਂ ਗੁਰਪ੍ਰੀਤ ਇਹ ਜਿਹੜੀ ਚੀਜ਼ ਆ ਨਾ, ਇਹ ਮੈਂ ਵਾਰ-ਵਾਰ ਕਹਿਣਾ, ਬਹੁਤ ਵਾਰੀ ਕਹਿਣਾ ਕਿ ਦਰਅਸਲ ਸਾਨੂੰ ਸੋਚ ਲੈਣਾ ਚਾਹੀਦਾ, ਵਿਚਾਰ ਲੈਣਾ ਚਾਹੀਦਾ। ਜਾਂ ਤੇ ਝੋਨੇ ਦਾ ਰਕਬਾ ਘਟਾ ਲਓ, ਬਿਜਲੀ ਦੀ ਮੰਗ ਡਾਊਨ ਹੋ ਜਾਏਗੀ, ਜਾਂ ਬਿਜਲੀ ਦੀ ਸਪਲਾਈ ਦੀ ਸਮਰੱਥਾ ਵਧਾ ਲਓ, ਬਿਜਲੀ ਪੈਦਾਵਾਰ ਵਧਾ। ਇਹ ਕਰਨਾ ਹੀ ਪਏਗਾ, ਗਾਏ ਬਗਾਏ ਤੁਹਾਨੂੰ ਅੱਜ ਨਹੀਂ ਤੇ ਕੱਲ ਇਹ ਕੁੱਟ ਭਰਨੇ ਪੈਣਗੇ। ਅੱਛਾ, ਹੁਣ ਵੱਡੀ ਖਬਰ ਤੇ ਆ ਜਾਈਏ, ਮੇਨ ਖਬਰ ਤੇ ਆ ਜਾਈਏ ਤੇ ਸੁਖਦ ਖਬਰ ਤੇ ਆ ਜਾਈਏ। ਹਿਮਾਚਲ ਦੇ ਵਿੱਚ ਮੌਨਸੂਨ ਦੀ ਐਂਟਰੀ ਹੋ ਗਈ ਆ ਗੁਰਪ੍ਰੀਤ ਜੀ। ਆਪਣੇ ਖਬਰ ਕਰਦਿਆਂ ਹੀ ਇਹ ਖਬਰ ਜਿਹੜੀ ਆ ਬ੍ਰੇਕ ਹੋ ਰਹੀ ਹੈ ਕਿ ਹਿਮਾਚਲ ਦੇ ਵਿੱਚ ਮੌਨਸੂਨ ਦੀ ਆਫੀਸ਼ੀਅਲ ਐਂਟਰੀ ਹੋ ਗਈ ਆ ਤੇ ਪੰਜਾਬ ਦੇ ਵਿੱਚ ਮੌਨਸੂਨ ਅੱਜ ਰਾਤ ਤੋਂ ਹੀ ਅੱਗੇ ਵਧਣਾ ਸਟਾਰਟ ਹੋ ਜਾਏਗਾ। ਕੁਝ ਇਲਾਕੇ ਜਿਵੇਂ ਤੁਹਾਡੇ ਚੰਡੀਗੜ੍ਹ ਪਹੁੰਚ ਗਿਆ ਜੀ, ਚੰਡੀਗੜ੍ਹ ਪਹੁੰਚ ਗਿਆ। ਹੁਣੇ ਤਸਵੀਰਾਂ ਉੱਥੋਂ ਵੀ ਆਈਆਂ ਨੇ। ਬਿਲਕੁਲ 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 ਬਿਲਕੁਲ। ਇਹ ਤੁਹਾਡੇ ਵਾਲੇ ਇਲਾਕੇ ਜਿਹੜੇ ਆ ਇੱਧਰ ਹੇਠਾਂ, ਇੱਧਰ ਮਤਲਬ ਪਠਾਨਕੋਟ, ਗੁਰਦਾਸਪੁਰ, ਇਹ ਚੀਜ਼ ਜਿਹੜੇ ਪਹਾੜਾਂ ਦੇ ਥੱਲੇ ਪੈਂਦੇ ਨੇ ਏਰੀਏ, ਬਈ ਉਹਨਾਂ ਦੇ ਵਿੱਚ ਮੌਨਸੂਨ ਜਲਦੀ ਛਾ ਜਾਏਗਾ। ਤੇ ਉਸ ਤੋਂ ਬਾਅਦ 3 ਤੇ 4 ਤੱਕ ਪੂਰਾ ਪੰਜਾਬ ਕਵਰ। ਅਸੀਂ ਕਿਉਂਕਿ ਦੂਜੇ ਪਾਸੇ ਬੈਠੇ ਆ ਨਾ, ਰਾਜਸਥਾਨ ਵਾਲੀ ਸਾਈਡ, ਇੱਧਰ ਨੂੰ ਮਤਲਬ ਕਿ ਮੌਨਸੂਨ ਵਾਧਾ ਕਵਰ ਕਰਦਾ 3-4 ਦਿਨ ਲਵੇਗਾ। ਪਰ ਇਹ ਗੱਲ ਸਾਫ਼ ਹੈ, ਸਪਸ਼ਟ ਹੈ ਕਿ ਸਾਰੇ ਹੀ ਪੇਸ਼ੀਨ ਗੋਈ ਕਰ ਰਹੇ ਨੇ ਕਿ ਮੀਂਹ ਅੱਛਾ ਪੈ ਸਕਦਾ। ਸੋ ਦੇਖੋ, ਇੱਥੇ ਸਾਡਾ ਸਰਕਾਰ ਦੇ ਨਾਲ ਕੋਈ ਦਵੈਸ਼ ਨਹੀਂ, ਕੋਈ ਵੈਰ ਵਿਰੋਧ ਨਹੀਂ। ਅਸੀਂ ਤੇ ਖੁਦ ਦੁਆ ਕਰਾਂਗੇ ਕਿ ਭਾਈ ਇਹ ਸਰਕਾਰ ਜਿਹੜੀ ਹੈ ਇਹ ਵੀ ਬਚੇ, ਸਾਡੀ ਕਿਸਾਨੀ ਵੀ ਬਚੇ। ਤਾਂ ਮਤਲਬ ਕਿ ਮੇਰੀ ਤੇ ਦੁਆ ਵਾ ਕਿ ਇਹ ਮੌਨਸੂਨ ਜਿਹੜਾ ਹੈ ਘੱਟੋ ਘੱਟ ਕਈ ਰਾਜਾਂ ਦੇ ਵਿੱਚ ਜਿਹੜਾ ਧੋਖਾ ਦੇ ਕੇ ਆਇਆ, ਸਾਡੇ ਪੰਜਾਬ ਦੇ ਨਾਲ ਵਫਾਦਾਰੀ ਕਰੇ ਤਾਂ ਕਿ ਸਾਡੀ ਜਿਹੜੀ ਆਰਥਿਕਤਾ ਹੋਰ ਨਿਚੋੜੀ ਨਾ ਜਾਵੇ। ਅੱਛੀ ਖਬਰ ਦੇ ਨਾਲ ਅਸੀਂ ਇਸ ਖਬਰ ਦਾ ਅੰਤ ਕਰਦੇ ਹਾਂ ਕਿ ਮੌਨਸੂਨ ਦੀ ਐਂਟਰੀ ਸਾਡੀ ਰਾਜਧਾਨੀ 'ਚ ਹੋ ਗਈ ਆ, ਸਾਡੇ ਗੁਰਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਜੀ। ਬਿਲਕੁਲ ਬਿਲਕੁਲ, ਆਸ ਕਰਦੇ ਆ ਇਹ ਚੀਜ਼ ਬਿਲਕੁਲ ਮੀਂਹ ਪੈ ਜਾਣ ਥੋੜੇ ਜਿਹੇ, ਉਹਨਾਂ ਨਾਲ ਮੋਟਰਾਂ ਨੂੰ ਵੀ ਸਾਹ ਆ ਜਾਂਦਾ। ਵੈਸੇ ਤਾਂ ਮੋਟਰਾਂ ਨੂੰ ਸਾਹ ਦਵਾਇਆ ਹੀ ਹੋਇਆ ਮਾਨ ਸਰਕਾਰ ਨੇ। ਤੇ ਕੱਲ ਮੈਂ ਦੇਖ ਰਿਹਾ ਸੀ, ਕਿਸਾਨ ਕਹਿ ਰਹੇ ਸੀ ਵੀ ਭਾਈ ਇਹ ਜਿਹੜਾ ਕਹਿੰਦੇ ਸੀ ਨਾ ਵੀ ਤੁਹਾਨੂੰ ਮੋਟਰ ਦਾ ਉਹ ਬਟਨ ਬੰਦ ਕਰਨ ਜਾਣਾ ਪਿਆ ਕਰਨਾ, ਵੀ ਭਾਈ ਇੰਨਾ ਪਾਣੀ ਆ ਗਿਆ, ਭਰ ਗਏ ਖੱਤੇ ਤੇ ਓਵਰਫਲੋ ਹੋ ਰਿਹਾ। ਕਹਿੰਦੇ ਉਹ ਬਟਨ ਖਰੇ ਮਾਨ ਸਾਹਿਬ ਨੇ ਕੋਲ ਹੀ ਰੱਖ ਲਿਆ ਵੀ ਮੈਂ ਆਪ ਹੀ ਨੱਪੀ ਰੱਖਦਾ ਉਹਨੂੰ, ਕਿਸਾਨਾਂ ਨੂੰ ਖੇਚਲ ਕਾਹਨੂੰ ਦੇਣੀ।
ਨੱਪ ਕੇ ਔਨ ਕਰਨਾ ਭੁੱਲ ਗਏ ਨੇ, ਆਫ ਹੀ ਕਰਕੇ ਉਹ ਸੌਂ ਗਏ ਨੇ। ਬਿਲਕੁਲ। ਅਗਲੀ ਗੱਲ ਦੇ ਵੱਲ ਆਉਨੇ ਆ, ਇਹਨੂੰ ਫ੍ਰੀ ਬੀਜ ਕਹੀਏ, ਵੈਲਫੇਅਰ ਕਹੀਏ, ਜਾਂ ਫਿਰ ਕੀ ਆਖੀਏ। ਕੱਲ ਨੂੰ 1 ਤਰੀਕ ਹੈ ਤੇ ਬੀਬੀਆਂ ਦੀ ਟਿਕਟਿਕੀ ਲੱਗੀ ਹੋਈ ਹੈ ਫੋਨਾਂ ਦੇ ਲਾਗੇ। ਮੈਨੂੰ ਲੱਗਦਾ ਸਵੇਰੇ ਉੱਠਦੀਆਂ ਬੈਠ ਜਾਣਗੀਆਂ ਜਾਂ ਫਿਰ ਪਹਿਲਾਂ ਚੈੱਕ ਕਰਨਗੀਆਂ ਮੈਸੇਜ ਵਾਲਾ ਬਾਕਸ ਵੀ ਟੂੰ ਹੋਈ ਹੈ ਜਾਂ ਨਹੀਂ। ਕੱਲ ਮਿਲਣ ਜਾ ਰਹੇ ਨੇ ਜੀ ਬੀਬੀਆਂ ਨੂੰ ਪੈਸੇ। ਪਰ ਮੇਰਾ ਸਵਾਲ ਇਹਦੇ ਨਾਲ ਹੀ ਇਹ ਹੈ ਵੀ ਜਿੰਨਿਆਂ ਕੁ ਨੂੰ ਤਾਂ ਮਿਲ ਜਾਣਗੇ ਉਹ ਤਾਂ ਮਾਰਨਗੇ ਜੀ ਪੂਰੀਆਂ ਛਾਲਾਂ, ਪਰ ਜਿਨ੍ਹਾਂ ਨੂੰ ਨਹੀਂ ਮਿਲੇ ਉਹ ਕੇਸ ਪਾ ਪੈਣਗੇ ਸਰਕਾਰ ਨੂੰ। ਦੇਖੋ ਗੁਰਪ੍ਰੀਤ, 40 ਲੱਖ ਰਜਿਸਟ੍ਰੇਸ਼ਨ ਇਹਨਾਂ ਨੇ ਅੱਜ ਆਫੀਸ਼ੀਅਲੀ ਕਿਹਾ ਕਿ ਬੀਬੀਆਂ ਦੀ ਹੋਈ ਹੈ 40 ਲੱਖ ਰਜਿਸਟ੍ਰੇਸ਼ਨ। ਪਹਿਲੀ ਵਾਰੀ ਆ, ਮੈਂ ਵਾਰ-ਵਾਰ ਕਹਿਣਾ ਕਿ ਕਿਸੇ ਸਕੀਮ ਨੂੰ ਬਹੁਤ ਸਾਰੇ ਲੋਕਾਂ ਨੇ ਨਾ ਵੀ ਕੀਤੀ ਹੈ, ਬਹੁਤ ਵਾਰੀ ਜੀ। ਇਨਫੈਕਟ ਕਿ ਮੈਂ ਮਤਲਬ ਕਿ ਆਪਦੇ ਨੇੜ ਤੇੜ ਦੇ ਪਰਿਵਾਰਾਂ ਚੋਂ ਵੀ ਕਹਿ ਸਕਦਾ ਕਿ ਇਨਕਲੂਡ ਮੀ ਕਿ ਇਹ ਸਕੀਮ ਛੱਡੀ ਆ ਲੋਕਾਂ ਨੇ। ਤਾਂ ਰਜਿਸਟ੍ਰੇਸ਼ਨ 40 ਲੱਖ ਦਾ ਮਤਲਬ ਕਿ ਹਾਲੇ ਵੀ ਰਜਿਸਟ੍ਰੇਸ਼ਨ ਜਿਹੜੀ ਹੈ, ਜੇ ਆਪਾਂ 2 ਕਰੋੜ 14 ਲੱਖ ਵੋਟਰ ਗਿਣਦੇ ਆ ਪੰਜਾਬ ਦਾ, ਤਾਂ ਉਹਦੇ ਚੋਂ 50% ਜਾਂ ਥੋੜਾ ਜਿਹਾ ਘੱਟ ਕਰ ਦਈਏ ਤਾਂ ਉਹ ਅੰਕੜਾ ਫੀਮੇਲ ਵੋਟਰ ਦਾ ਬਣ ਜਾਏਗਾ 1 ਕਰੋੜ 7 ਲੱਖ ਦੇ ਕਰੀਬ। 1 ਕਰੋੜ ਜਾਂ 1 ਕਰੋੜ ਦੇ ਆਸ-ਪਾਸ ਲਾ ਲਓ, ਤੇ ਉਹਦੇ ਮੁਕਾਬਲੇ ਜੇ ਰਜਿਸਟ੍ਰੇਸ਼ਨ 50 ਲੱਖ ਜਾਂਦੀ ਹੈ, ਇਟ ਮੀਨ ਕਿ ਅੱਧ ਆਇਆ। ਤਾਂ ਇੱਕ ਤੇ ਇਹ ਆ ਕਿ ਕਵਰ ਇਸ ਸਕੀਮ ਨੇ ਬਹੁਤ ਘੱਟ ਨੂੰ ਕੀਤਾ ਹੈ, ਪਹਿਲੀ ਗੱਲ, ਪਹਿਲਾ ਫੈਕਟ ਇਹਦੇ 'ਚ ਆ। ਸੈਕਿੰਡ ਚੀਜ਼ ਗੁਰਪ੍ਰੀਤ ਇਹ ਆ ਕਿ ਦੇਖੋ ਇਲੈਕਸ਼ਨ ਹਾਲੇ ਵੀ 6 ਮਹੀਨੇ 7 ਮਹੀਨੇ ਦੂਰ ਆ ਜੀ। ਆਖਰੀ ਪਤਾ ਹੈ, ਜਿਵੇਂ ਤੁਸੀਂ ਸੀਪ ਖੇਡਦੇ ਹੋ ਜਾਂ ਸਰਾਂ ਖੇਡਦੇ ਹੋ, ਜਿਹੜੇ ਤਾਸ਼ ਖੇਡਣਾ ਜਾਣਦੇ ਆ ਜੀ, ਤਾਂ ਆਖਰੀ ਪੱਤਾ ਜਿਹੜਾ ਹੁੰਦਾ ਨਾ ਉਹ ਡਿਸਾਈਸਿਵ ਹੁੰਦਾ ਹੈ ਕਿ ਉਹਦੇ ਵਿੱਚ ਬਾਜੀ ਦਾ ਫੈਸਲਾ ਹੋਣਾ ਹੁੰਦਾ ਕਿ ਸਰਾਂ ਕਿਹਨੂੰ ਪੈ ਰਹੀਆਂ ਨੇ, ਜਾਂ ਉਹ ਸੀਪ ਦੀ ਜਿਹੜੀ ਆਖਰੀ ਪੱਤੇ ਦੀ ਕੁੱਟ ਹੁੰਦੀ ਹੈ ਨਾ, ਉਹਦੇ ਵਿੱਚ ਨੰਬਰ ਬਲੇਟੇ ਜਾਂਦੇ ਆ। ਤਾਂ ਇਹ ਹੈ ਹੁਣ ਆਖਰੀ ਪੱਤਾ ਇਹਨਾਂ ਦੇ ਹੱਥ ਦੇ ਵਿੱਚ, ਇਨ ਹੈਂਡ ਲਾਸਟ ਪੱਤਾ ਹੈ। ਮੇਰੇ ਖਿਆਲ ਦੇ ਨਾਲ ਦੇਖੋ ਇਹ ਕਈ ਚੀਜ਼ਾਂ ਤੇ ਡਿਪੈਂਡ ਕਰੇਗਾ। ਡਿਪੈਂਡ ਇਉਂ ਕਰੇਗਾ ਕਿ ਕੀ ਇਹ ਸਾਰੀਆਂ ਔਰਤਾਂ ਜਿਹੜੀਆਂ 40 ਲੱਖ ਰਜਿਸਟਰਡ ਹੋਈਆਂ, ਇਹ ਵੋਟ ਕਰਨਗੀਆਂ ਆਮ ਆਦਮੀ ਪਾਰਟੀ ਨੂੰ। ਜੇ ਕਰਦੀਆਂ ਨੇ, ਲੈਟਸ ਸਪੋਜ਼ ਆਪਾਂ 40 ਲੱਖ ਦੇ ਅੰਕੜੇ ਤੇ ਗੱਲ ਕਰਦੇ ਹਾਂ, ਤਾਂ ਫਿਰ ਸਮਝ ਲਓ ਕਿ ਆਮ ਆਦਮੀ ਪਾਰਟੀ ਬਹੁਤ ਸਟਰੋਂਗਲੀ ਇਸ ਇਲੈਕਸ਼ਨ ਦੇ ਵਿੱਚ ਕੰਟੈਸਟ ਕਰੇਗੀ ਤੇ ਉਹਦਾ ਅੰਕੜਾ ਅੱਛਾ ਖਾਸਾ ਰਹੇਗਾ। ਪਰ ਇਹ ਕੀ ਲਾ ਕੇ ਆ, ਕਿਉਂਕਿ ਹਾਲੇ 4-5 ਮਹੀਨੇ ਅਜੇ ਪਏ ਆ। ਤਾਂ ਆਖਰੀ ਪਤਾ ਹੈ, ਕੱਲ ਤੋਂ ਟੂ ਇਹਨਾਂ ਨੇ ਇੱਕ ਸ਼ਬਦ ਇਜਾਦ ਕੀਤਾ ਹੈ ਮਾਨ ਸਾਹਿਬ ਨੇ ਕਿ ਟੂ ਹੋ ਜਾਏਗੀ, ਯਾਨੀ ਉਹ ਜਿਵੇਂ ਅਲਰਟ ਮੈਸੇਜ ਆਉਂਦਾ ਹੁੰਦਾ ਹੈ ਆਪਣੇ ਕੋਈ ਵੀ ਬੈਂਕਿੰਗ ਟ੍ਰਾਂਜੈਕਸ਼ਨ ਜਿਹੜੀ ਹੁੰਦੀ ਹੈ, ਤਾਂ ਉਹਦੇ ਅਲਰਟ ਨੂੰ ਇਹ ਕਹਿੰਦੇ ਨੇ ਟੂ। 12 ਵਜੇ ਕੱਲ ਧੂਰੀ ਤੋਂ ਸ਼ੁਰੂਆਤ ਹੋਏਗੀ ਇਸ ਦੀ, ਤਾਂ ਟੂ ਹੋਏਗੀ। ਉਸ ਤੋਂ ਬਾਅਦ ਜਿਹੜੀ ਟੂ ਤੋਂ ਬਾਅਦ ਮਸ਼ੀਨਾਂ ਦੀ ਚੀ ਆ ਜੀ, ਉਹ ਕਿੰਨੀ ਕੁ ਹੁੰਦੀ ਹੈ, ਟੂ ਤੋਂ ਚੀ ਦਾ ਸਫ਼ਰ ਕਿੰਨਾ ਕੁ ਹੁੰਦਾ, ਉਹੀ ਦੇਖਣ ਵਾਲੀ ਗੱਲ ਹੋਏਗੀ ਜੀ। ਇਹ ਟੂ ਹੋਵੇ ਚਾਹੇ ਚੀ ਹੋਵੇ, ਇਹ ਸਾਰੇ ਦੇ ਵਿੱਚ ਪੰਜਾਬ ਦਾ ਹੀ ਸਾਹ ਨਿਕਲਣਾ ਹੈ। ਖੈਰ ਅੱਗੇ ਵਧਦੇ ਹਾਂ ਤੇ ਮਾਨਸਾ ਦੇ ਵਿੱਚ ਨਗਰ ਕੌਂਸਲ ਦੀ ਜਿਹੜੀ ਪ੍ਰਧਾਨ ਦੀ ਚੋਣ ਇੱਕ ਵਾਰ ਮੁੜ ਤੋਂ ਰੱਦ ਹੋ ਗਈ। ਦੇਖੋ ਇੱਥੇ ਨਾ ਸਿੱਧਾ ਹਿਸਾਬ ਆ, ਸਿੰਗਲਾ ਸਾਹਿਬ, ਜਿਹੜੇ ਸਿੰਗਲਾ ਸਾਹਿਬ ਤੇ ਜਾਣਦੇ ਹੋ ਨਾ ਤੁਸੀਂ, ਜ਼ੀਰੋ ਟੋਲਰੈਂਸ ਦੀ ਹਨੇਰੀ ਦੇ ਵਿੱਚ ਜਿਹੜੇ ਸਭ ਤੋਂ ਪਹਿਲੇ ਹੀਰੋ ਨੇ ਜ਼ੀਰੋ ਟੋਲਰੈਂਸ ਦੇ ਪੰਜਾਬ ਦੇ ਪਹਿਲੇ ਹੀਰੋ। ਹਾਂਜੀ, ਜਿਵੇਂ ਸਨੀ ਦਿਓਲ ਦੀ ਪਹਿਲੀ ਫਿਲਮ ਆਈ ਸੀ ਬੇਤਾਬ ਜੀ, ਇਹ ਵਾਕਿਆ ਹੀਰੋ ਨੇ ਇਹਨਾਂ ਦੇ। ਤਾਂ ਗੱਲ ਇਹ ਆ ਕਿ ਇਹ ਸਿੰਗਲਾ ਸਾਹਿਬ ਦਾ ਜ਼ੋਰ ਲੱਗਾ ਇੱਕ ਆਪ ਦਾ ਬੰਦਾ ਪ੍ਰਧਾਨ ਬਣਾਉਣ ਤੇ ਉਧਰੋਂ ਦੂਜੇ ਪਾਸੇ ਇਹਨਾਂ ਕੋਲੋਂ ਕੋਰਮ ਪੂਰਾ ਨਹੀਂ ਹੋ ਰਿਹਾ ਜੀ। ਇਹਨਾਂ ਨੇ ਮਾਲਵੇ ਦੇ ਵਿੱਚ ਇੱਕ ਬਹੁਤ ਵੱਡੇ ਲੀਡਰ ਦੇ ਕਿਸੇ ਨੇੜੇ ਦੇ ਬੰਦੇ ਨਾਲ ਮੈਂ ਗੱਲਬਾਤ ਕੀਤੀ, ਤਾਂ ਉਹ ਮੰਨਿਆ। ਮੈਂ ਕਿਹਾ ਜੀ ਤੁਸੀਂ ਤੇ ਘੱਟ ਗਿਣਤੀ 'ਚ ਸੀਗੇ, ਤੁਹਾਡੀ ਆਪੋਜੀਸ਼ਨ, ਖਿੰਡੀ ਹੋਈ ਆਪੋਜੀਸ਼ਨ ਜਿਹੜੀ ਸੀ ਉਹ ਬਹੁਮਤ 'ਚ ਸੀਗੀ। ਤਾਂ ਉਸਨੇ ਕਿਹਾ ਕਿ ਇਹ ਮੁਲਕ ਹੈ ਜੀ, ਇੱਥੇ ਹੋਣ ਨੂੰ ਕੀ ਨਹੀਂ ਹੁੰਦਾ। ਉਸਦਾ ਜਵਾਬ ਇਹ ਸੀ, ਹੋਣ ਨੂੰ ਕੀ ਨਹੀਂ ਹੁੰਦਾ। ਉਹਨੇ ਕਿਹਾ ਕਿ 2 ਬੰਦੇ ਐਬਸੈਂਟ ਸੀ। ਮੈਂ ਕਿਹਾ ਜੀ ਉਹ 2 ਬੰਦੇ, ਉਹਨੇ ਕਿਹਾ ਕਿ ਸਾਡੀ ਕਾਰ 'ਚ ਸੀਗੇ, ਬਸ ਗੱਲ ਖਤਮ। ਇਸ ਤੋਂ ਅੱਗੇ ਕੀ ਕਹੋਗੇ ਤੁਸੀਂ? ਅੱਜ ਵੀ ਜਿਹੜਾ ਅਫਸਰ ਸੀ ਐਨ ਮੌਕੇ ਤੇ ਕਹਿੰਦਾ ਜੀ ਮੇਰੀ ਤਬੀਅਤ ਨਹੀਂ ਠੀਕ। ਲਓ ਦੱਸੋ ਬਾਈ, ਲੋਕ ਝੋਨਾ ਲਾ ਰਹੇ ਨੇ ਖੇਤਾਂ ਦੇ ਵਿੱਚ, ਲੋਕ ਬਈ ਸਾਰੇ ਕਾਰ ਵਿਹਾਰ ਕਰ ਰਹੇ ਨੇ, ਤੁਹਾਡੇ ਤੋਂ ਇਲੈਕਸ਼ਨ ਹੀ ਨਹੀਂ ਕੰਡਕਟ ਹੋ ਰਿਹਾ। ਕਿੰਨੇ ਆ, 25 ਆ 30 ਆ, ਕਾਉਂਸਲਰ ਵੋਟਾਂ ਹੀ ਕਿੰਨੀਆਂ ਨੇ ਨਾ। ਤਾਂ ਅੱਜ ਅਫਸਰ ਛੁੱਟੀ ਮਾਰ ਗਿਆ। ਛੁੱਟੀ ਦਰਅਸਲ ਮਾਰੀ ਨਹੀਂ, ਛੁੱਟੀ ਮਰਵਾ ਲਈ ਗਈ, ਨਹੀਂ ਤਾਂ ਪੱਕੀ ਛੁੱਟੀ ਹੋਣ ਦਾ ਵੀ ਚਾਂਸ ਹੈ ਨਾ। ਤਾਂ ਸਿੰਗਲਾ ਸਾਹਿਬ ਇਕੱਲੇ ਆਪਦੇ ਦਮ ਤੇ ਤਾਂ ਨਹੀਂ ਖੇਡ ਰਹੇ ਨਾ, ਬਿਲਕੁਲ ਉਹਨਾਂ ਦੇ ਪਿੱਛੇ ਤਾਕਤ ਹੈ। ਤੇ ਤਾਕਤ ਕਿਹੜੀ ਹੈ? ਜਿਸ ਤਾਕਤ ਨੇ ਇਹਨਾਂ ਨੂੰ ਫੜਿਆ,
ਇਹਦਾ ਮਤਲਬ ਹੈ ਕਿ ਅੱਜ ਸਾਰਾ ਕੁਝ ਇੱਕ ਮਿਕਿਆ ਜੀ। ਕਿਸੇ ਵੇਲੇ ਕਿੰਨਾ ਰੌਲਾ ਪਾਇਆ ਇਹਨਾਂ ਨੇ। ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਬਦਲੇ ਨੇ ਜੀ ਆਪਣੇ। ਜੀ ਦੇਖੋ, ਇਹ ਹਲਕਾ ਇੰਚਾਰਜ ਜਿਹੜੇ ਬਦਲੇ ਆ, ਇਹਨਾਂ ਨੇ ਬਦਲੇ ਆ ਇੱਧਰ ਸੁਜਾਨਪੁਰ ਤੇ ਭੋਵਾਲੀ ਸਾਈਡ ਤੋਂ। ਹਲਕਾ ਇੰਚਾਰਜ ਬਦਲ ਕੇ ਇਹਨਾਂ ਨੇ ਜਿਹੜੇ ਪਿਛਲੀ ਵਾਰੀ ਇਲੈਕਸ਼ਨ ਲੜੇ ਸੀਗੇ ਵਿਭੂਤੀ ਜੀ, ਉਹਨਾਂ ਨੂੰ ਵੀ ਇਹਨਾਂ ਨੇ ਲਾ ਦਿੱਤਾ ਤੇ ਨਵੇਂ ਜਿਹੜੇ 2 ਲਾਏ ਆ ਉਹਨਾਂ ਦੇ ਵਿੱਚੋਂ ਸਲਾਰੀਆ ਸਾਹਿਬ ਨੂੰ ਲਾ ਦਿੱਤਾ। ਦੇਖੋ, ਮੁੱਖ ਦੀ ਗੱਲ ਇਹ ਆ ਗੁਰਪ੍ਰੀਤ, ਆਪਾਂ ਜੇ ਇਸ ਖਬਰ ਨੂੰ ਬਿਲਕੁਲ ਕਹਿ ਲਓ ਕਿ ਛੋਟੇ ਜਿਹੇ ਨਿਚੋੜ ਨਾਲ ਹੀ ਸਮਾਪਤ ਕਰਨਾ ਹੋਵੇ ਨਾ, ਹੁਣ ਕੀ ਆ ਕਿ ਜਿਹੜੇ ਬੰਦੇ ਇਲੈਕਸ਼ਨ ਲੜ ਚੁੱਕੇ ਆ, ਜਿੱਤ ਚੁੱਕੇ ਆ, ਹਾਰ ਚੁੱਕੇ ਆ, ਜੇ ਉਹਨਾਂ ਦੀ ਜਗ੍ਹਾ ਮਾਲ ਸਾਹਿਬ ਨੂੰ ਵੀ ਲਾ ਦਿੱਤਾ ਨਾ, ਜਿਨ੍ਹਾਂ ਨੇ ਪਿਛਲੇ ਦਿਨੀ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਦੀ, ਉਹਨਾਂ ਨੂੰ ਵੀ ਹਲਕਾ ਇੰਚਾਰਜ ਲਾ ਦਿੱਤਾ, ਤਾਂ ਸਲਾਰੀਆ ਸਾਹਿਬ ਤੁਹਾਨੂੰ ਪਤਾ ਭਾਜਪਾ 'ਚ ਰਹੇ, ਇਲੈਕਸ਼ਨ ਵੀ ਲੜ ਚੁੱਕੇ ਨੇ, ਤੁਹਾਨੂੰ ਯਾਦ ਹੋਏਗਾ। ਤਾਂ ਹੁਣ ਇਹ ਰਾਜਪੂਤ ਜਿਹੜਾ ਵੈਲਫੇਅਰ ਕਮਿਸ਼ਨ ਹੈ ਉਹਦੇ ਸ਼ਾਇਦ ਚੇਅਰਮੈਨ ਨੇ। ਹਲਕਾ ਇੰਚਾਰਜ ਲਾਉਣ ਦਾ ਹੀ ਮਤਲਬ ਇਹ ਆ ਸਾਹਿਬ ਕਿ ਅਸਲ ਦੇ ਵਿੱਚ ਜਿਹੜੇ ਬੰਦੇ ਇਲੈਕਸ਼ਨ ਪਹਿਲਾਂ ਲੜ ਚੁੱਕੇ ਆ ਜਾਂ ਜਿਹੜੇ ਬੰਦੇ ਇਲੈਕਸ਼ਨ ਜਿੱਤ ਵੀ ਚੁੱਕੇ ਆ, ਤਾਂ ਵੀ ਕੋਈ ਫਰਕ ਨਹੀਂ ਪੈਂਦਾ ਗੁਰਪ੍ਰੀਤ ਇਹਦੇ ਨਾਲ, ਇਸ ਗੱਲ ਦੇ ਨਾਲ, ਤਾਂ ਉਹਨਾਂ ਨੂੰ ਸਿੱਧਾ ਸਿਗਨਲ ਹੈ ਕਿ ਬਾਈ ਹੁਣ ਤੁਹਾਡੀ ਛੁੱਟੀ ਆ। ਯਾਨੀ ਸੁਜਾਨਪੁਰ ਤੋਂ ਜਿਹੜੇ ਪਠਾਨਕੋਟ ਤੋਂ ਮੈਂ ਗਲਤ ਕਰ ਗਿਆ ਸੀਗਾ, ਪਠਾਨਕੋਟ ਤੋਂ ਜਿਹੜੇ ਸੀਗੇ ਉਮੀਦਵਾਰ ਇਹਨਾਂ ਦੇ ਵਿਭੂਤੀ ਸ਼ਰਮਾ, ਤੇ ਸੁਜਾਨਪੁਰ ਤੋਂ ਜਿਹੜੇ ਇਲੈਕਸ਼ਨ ਲੜੇ ਠਾਕਰ ਅਮਿਤ ਸਿੰਘ ਮੰਟੋ, ਇਹਨਾਂ ਦੋਨਾਂ ਨੂੰ ਕੱਟਤਾ। ਇਹਨਾਂ ਦੀ ਜਗ੍ਹਾ ਆ ਗਏ ਰੋਹਿਤ ਸਿਆਲ ਤੇ ਫਿਰ ਆ ਗਏ ਜੀ ਸਲਾਰੀਆ। ਤੇ ਇਸ ਤੋਂ ਇਲਾਵਾ 2 ਦਿਨ ਪਹਿਲਾਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਮਾਲ ਸਾਹਿਬ, ਗੁਰਕਵਾਲ ਸਿੰਘ ਮਾਹਲ, ਇਹਨਾਂ ਨੂੰ ਕਾਦੀਆਂ ਦਾ ਇੰਚਾਰਜ ਲਾਤਾ। ਇਹਦਾ ਮਤਲਬ ਸਾਫ਼ ਹੈ ਕਿ ਜਿਹੜੇ ਬੰਦੇ ਇਲੈਕਸ਼ਨ ਲੜੇ ਆ, ਜਿੱਤੇ ਆ, ਹਰੇ ਆ, ਜੇ ਉਹਨਾਂ ਦੇ ਉੱਤੇ ਇਸ ਵੇਲੇ ਹਲਕਾ ਇੰਚਾਰਜ ਬਿਠਾਏ ਜਾ ਰਹੇ ਆ, ਤਾਂ ਸਪਸ਼ਟ ਸੰਕੇਤ ਹੈ ਕਿ ਭਾਈ ਤੁਹਾਡਾ ਪੱਤਾ ਕੱਟਿਆ ਗਿਆ। ਇਸ ਗੱਲ ਨੂੰ ਜਿੰਨੀ ਜਲਦੀ ਸਮਝ ਆਓਗੇ ਚੰਗੇ ਰਹੋਗੇ ਲੱਲਾ। ਬਿਲਕੁਲ, ਇਹ ਗੱਲ ਤਾਂ ਹੁਣ ਤਸਲੀਮ ਕਰਨੀ ਪਊਗੀ, ਔਖੇ ਹੋ ਕੇ ਕਰ ਲੈਣ, ਸੌਖੇ ਹੋ ਕੇ ਕਰ ਲੈਣ ਵੀ ਭਾਈ ਤੁਹਾਡੀ ਛੁੱਟੀ ਹੈ। ਖੈਰ, ਇਸੇ ਦੇ ਨਾਲ ਕਰਦੇ ਹਾਂ ਪ੍ਰੋਗਰਾਮ ਦੀ ਸਮਾਪਤੀ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।